ਅਗਲੀ ਗੱਲ ਕਰੀਏ ਅਕਾਲੀ ਭਾਜਪਾ ਗੱਠਜੋੜ ਦੀ। ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਦੇ ਬਾਅਦ ਜਦੋਂ ਆਪਾਂ ਗੱਲ ਵੀ ਕੀਤੀ ਸੀ ਕਿ ਉਹ ਅਡਵਾਨੀ ਬਣ ਕੇ ਰਹਿਣਾ ਨਹੀਂ ਚਾਹੁੰਦੇ ਕਿ ਭਾਜਪਾ ਦੇ ਵਿੱਚ, ਇਹਦੇ ਨਾਲ ਚਰਚਾ ਚੱਲੀ, ਖਾਸੀ ਚਰਚਾ ਚੱਲੀ ਹੈ। ਸਵਾਲ ਪੈਦਾ ਇਹ ਹੋ ਗਿਆ ਕਿ ਅਕਾਲੀ ਭਾਜਪਾ ਗੱਠਜੋੜ ਜੇਕਰ ਹੋਵੇਗਾ ਤਾਂ ਕਿਸ ਨੂੰ ਪੁੱਛ ਕੇ ਹੋਊਗਾ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਤੇ ਮੀਡੀਆ ਦੇ ਘਰਾਂ ਦੇ ਅੰਦਰ, ਦਰਾਂ ਦੇ ਅੰਦਰ ਖਾਸੀ ਚਰਚਾ ਹੈ ਕੈਪਟਨ ਅਮਰਿੰਦਰ ਦੀ ਇੰਟਰਵਿਊ ਦੀ। ਉਸ ਇੰਟਰਵਿਊ ਨੇ ਅਕਾਲੀ ਭਾਜਪਾ ਨੂੰ ਸੈਂਟਰ ਸਟੇਜ 'ਚ ਲਿਆ ਕੇ ਗੱਠਜੋੜ ਦੀ ਚਰਚਾ ਨੂੰ ਸਿਖਰ ਤੇ ਪਹੁੰਚਾ ਦਿੱਤਾ। ਬਾਕੀ ਗੱਲਾਂ ਕਈਆਂ ਅਜੇ ਦਰਕਨਾਰ ਹੋ ਰਹੀਆਂ। ਉਹਨਾਂ ਨੇ ਕਿੰਨੇ ਹੀ ਸਵਾਲ ਬੀਜੇਪੀ ਤੇ ਖੜੇ ਕੀਤੇ, ਉਹਨਾਂ ਦੇ ਢੰਗ ਤਰੀਕੇ ਤੇ ਖੜੇ ਕੀਤੇ ਆ, ਸੂਬਿਆਂ ਨੂੰ ਹੱਕਾਂ ਨੂੰ ਲੈ ਕੇ ਖੜੇ ਕੀਤੇ, ਉਹ ਸਾਰੇ ਤਾਂ ਹੋ ਗਏ ਦਰਕਨਾਰ। ਸਭ ਤੋਂ ਵੱਡਾ ਮੁੱਦਾ ਚੱਲ ਰਿਹਾ ਅਕਾਲੀ ਭਾਜਪਾ ਗੱਠਜੋੜ। ਇਸ ਗੱਠਜੋੜ ਦੇ ਦਰਮਿਆਨ ਸਭ ਨੂੰ ਚੇਤੇ ਹੋਊਗਾ ਕਿਸੇ ਸਮੇਂ ਜਾਖੜ ਵੀ ਪੈਰਵੀ ਕਰਦੇ ਰਹੇ ਨੇ ਇਸ ਗੱਠਜੋੜ ਦੀ। ਭਾਜਪਾ ਦੇ ਪ੍ਰਧਾਨ ਹੁੰਦਿਆਂ ਵੀ ਉਹ ਅਕਾਲੀ ਭਾਜਪਾ ਗੱਠਜੋੜ ਦੀ ਪੈਰਵੀ ਕਰਦੇ ਰਹੇ। ਤੇ ਹੁਣ ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਤਾਂ ਉਸੇ ਕਤਾਰ 'ਚ ਵੀ ਹਰਸਿਮਰਤ ਕੌਰ ਬਾਦਲ ਵੀ ਖੜੀ ਨਜ਼ਰ ਹੈ। ਉਹ ਕਹਿੰਦੀ ਜੀ ਬਿਲਕੁਲ ਹੋ ਜਾਣਾ ਚਾਹੀਦਾ ਜੀ, ਗੱਠਜੋੜ ਬਹੁਤ ਜ਼ਰੂਰੀ ਹੈ ਜੀ, ਅਸੀਂ ਤਾਂ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕਰਾਂਗੇ। ਜੇ ਪੰਜਾਬ ਵਾਲੇ ਮੁੱਦਿਆਂ ਤੇ ਆਉਂਦੀ ਹੈ ਜੀ ਬੀਜੇਪੀ, ਪਹਿਲਾਂ ਪੰਜਾਬ ਦੇ ਮੁੱਦੇ ਨਹੀਂ ਜਿੱਤੇ ਇੰਨੀ ਦੇਰ ਗੱਠਜੋੜ ਰਹੇ। ਸਹੀ ਹੈ, ਹੁਣ ਕਿਉਂ ਜਿੱਤੇ ਆਉਣ ਲੱਗ ਪਏ? ਮੈਂ ਕਹਿੰਦੀ 4 ਸਾਲ ਦਾ ਪਿਆ ਸੀ ਅਜੇ ਮੇਰੇ ਕੋਲ ਮੰਤਰੀ ਦਾ ਉਹਦਾ, ਮੈਂ ਛੱਡ ਕੇ ਪਰੇ ਮਾਰਿਆ ਪੰਜਾਬ ਦੇ ਹਿੱਤਾਂ ਲਈ। ਬੀਬੀ ਜੀ ਕਿਹਨੇ ਛੱਡਿਆ? ਪੰਜਾਬ ਨੇ ਛਡਾਇਆ। ਤੁਸੀਂ ਕਿੱਥੇ ਆਉਣਾ ਚਾਹੁੰਦੇ ਸੀ ਗੱਠਜੋੜ ਛੱਡ ਕੇ? ਸਹੀ ਹੈ। ਤੇ ਤੁਸੀਂ ਤਾਂ ਉਹ ਤੋਂ ਬਾਅਦ ਵੀ ਸਾਰਾ ਦਲ ਤਰਲੋ ਮੱਛੀ ਹੈ ਕਿ ਕਿਸ ਤਰ੍ਹਾਂ ਗੱਠਜੋੜ ਹੋ ਜਾਵੇ। ਪਰ ਤਰਨ ਦੀ ਜਿਮਨੀ ਚੋਣ ਦੇ ਵਿੱਚ ਜਿਵੇਂ ਅਕਾਲੀ ਦਲ ਬਾਦਲ ਧਿਰ ਲੜਿਆ, ਜਿਵੇਂ ਸੱਤਾ ਨੂੰ, ਸਿਸਟਮ ਨੂੰ ਚੁਣੌਤੀ ਦਿੱਤੀ, ਤੇ ਉਹਦੇ ਵਿੱਚੋਂ ਲੱਗਿਆ ਕਿ ਅਕਾਲੀ ਦਲ ਦਾ ਵਜਨ ਵਧਿਆ, ਬੀਜੇਪੀ ਨੇੜੇ ਆਉਣਾ ਚਾਹੀਦੀ ਹੁਣ। ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਸ਼ਿਕਾਇਤਾਂ ਤੇ ਚੋਣ ਕਮਿਸ਼ਨ ਡੀਜੀਪੀ ਤੱਕ ਨੂੰ ਤਲਬ ਕਰਦਾ ਹੈ। ਐਸਐਸਪੀ ਤੋਂ ਲੈ ਕੇ 2 ਡੀਐਸਪੀ ਦੇ ਉੱਤੇ ਕਾਰਵਾਈ ਹੋ ਜਾਂਦੀ ਆ, ਹੈ ਨਾ। ਕੰਚਨਪ੍ਰੀਤ ਬਾਹਰ ਆ ਕੇ ਮਤਲਬ ਇੱਕ ਨਵੇਂ ਰੂਪ 'ਚ ਨਜ਼ਰ ਆਉਂਦੀ ਆ। ਸੋ ਇਹ ਸਾਰਾ ਕੁਝ ਇੰਝ ਲੱਗ ਰਿਹਾ ਕਿ ਜਿਵੇਂ ਮਤਲਬ ਕਿ ਬੀਜੇਪੀ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਲੱਗ ਪਈ ਹੋਵੇ, ਚੋਣ ਕਮਿਸ਼ਨ ਮਿਲ ਕੇ ਕੰਮ ਕਰਨ ਲੱਗ ਪਿਆ ਹੋਵੇ। ਸੋ ਇਹਨੇ ਵੀ ਸੰਕੇਤ ਪੈਦਾ ਕੀਤੇ। ਪਰ ਉਸ ਤੋਂ ਬਾਅਦ ਕੈਪਟਨ ਵਾਲੀ ਹੀ ਬੋਲੀ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੋਲੀ ਕਿ ਇਕੱਲਿਆਂ ਤਾਂ ਇਹ 15 ਸਾਲ ਭੁੱਲ ਜਾਣ, ਜਿਵੇਂ ਕੈਪਟਨ ਸਾਹਿਬ ਕਹਿ ਰਹੇ ਨੇ ਉਹਨਾਂ ਕੋਲ ਤਜਰਬਾ ਹੈ ਨਾ, ਇਹ ਤਾਂ ਗੱਠਜੋੜ ਨਾਲੇ ਆ ਸਕਦੇ ਨੇ, ਉਹ ਪੰਜਾਬ ਦੇ ਮੁੱਦਿਆਂ ਤੇ ਆ ਕੇ ਆਉਣਾ ਪਊਗਾ, ਅਸੀਂ ਤਿਆਰ ਹਾਂ ਫਿਰ ਤਾਂ। ਹੁਣ ਇਹ ਤੋਂ ਬਾਅਦ ਸਰਜੀਤ ਕੁਮਾਰ ਜਿਆਣੀ ਕਹਿੰਦਾ ਐ ਨਹੀਂ ਹੋਣਾ ਜੀ ਗੱਠਜੋੜ। ਅਸ਼ਵਨੀ ਸ਼ਰਮਾ ਕਹਿੰਦਾ ਜੀ ਕੈਪਟਨ ਅਮਰਿੰਦਰ ਸਿੰਘ ਸਾਡੇ ਸਤਿਕਾਰਤ ਵੱਡੇ ਲੀਡਰ ਨੇ, ਪਰ ਇਹ ਉਹਨਾਂ ਦੇ ਨਿੱਜੀ ਪਿਆਰ ਨੇ ਜੀ। ਤੇ ਹਰਸਿਮਰਤ ਸਾਡੀ ਵੱਡੀ ਭੈਣ ਹੈ ਜੀ, ਪਰ ਉਹ ਭਵਿੱਖਬਾਣੀ ਕਦੋਂ ਕਰਨ ਲੱਗ ਪਈ ਜੀ, ਉਹਨੂੰ ਕੀ ਪਤਾ ਕਿ ਸਾਡੀ ਸਰਕਾਰ ਕਦੋਂ ਆਉਣੀ ਕਦੋਂ ਨਹੀਂ ਆਉਣੀ। ਅਸੀਂ ਤਾਂ 117 ਦੀ ਤਿਆਰੀ ਕਰੀ ਬੈਠੇ, ਇਕੱਲਿਆਂ ਲੜਾਂਗੇ। ਬਿਲਕੁਲ ਜੀ, ਜਦੋਂ ਤੱਕ ਕਿਸੇ ਦਾ ਗੱਠਜੋੜ ਨਹੀਂ ਹੁੰਦਾ ਉਹ ਸਾਰੀਆਂ ਸੀਟਾਂ ਦੀ ਤਿਆਰੀ ਕਰਕੇ ਰੱਖਦਾ। ਪਰ ਅਮਰਿੰਦਰ ਸਿੰਘ ਕਹਿੰਦਾ ਤਈਆਂ ਤੋਂ ਵੱਧ ਬਾਕੀ ਸੀਟਾਂ ਤੁਹਾਡੇ ਕੋਲ ਵਰਕਰੇ ਕਿੱਥੇ ਨੇ? ਅਜੇ ਤਾਂ ਲੀਡਰ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਲੀਡਰ ਤਾਂ ਸਾਰੇ ਦੋਵੇਂ ਪਾਰਟੀਆਂ ਦੇ ਚੱਕੇ ਹੋਏ ਨੇ, ਤੇ ਫਿਰ ਉਹਨਾਂ ਨੇ ਸਾਰੇ ਹੀ ਲੜਨਾ। ਸੋ ਇਸ ਲਈ ਇਹ ਸਾਰੇ ਸਵਾਲਾਂ ਦੇ ਵਿਚਾਲੇ ਹੁਣ ਸਵਾਲ ਇਹ ਹੈ ਕਿ ਜੇ ਗੱਠਜੋੜ ਹੋਊਗਾ ਤਾਂ ਕਦੋਂ ਹੋਊਗਾ? ਸਾਲ ਰਹਿ ਗਿਆ ਚੋਣਾਂ। ਮੰਨਿਆ ਜਾ ਰਿਹਾ ਕਿ ਮਾਰਚ ਅਪ੍ਰੈਲ 'ਚ ਗੱਠਜੋੜ ਪ੍ਰਵਾਨ ਚੜ ਜਾਣ। ਜੀ ਸਹੀ ਹੈ। ਬੀਜੇਪੀ ਜਿਹੜੀ ਬੜਾ ਭਾਈ ਬਣਨਾ ਚਾਹੁੰਦੀ ਸੀ, ਹੁਣ ਬਰਾਬਰੀ ਤੇ ਜਾਂ 5-4 ਸੀਟਾਂ ਘੱਟ ਤੇ ਵੀ ਮੰਨਣ ਨੂੰ ਤਿਆਰ ਆ। ਤੇ ਇਹ 40 ਤੋਂ 50 ਸੀਟਾਂ ਦੇ ਵਿਚਾਲੇ ਬੀਜੇਪੀ ਚੋਣ ਲੜਨ ਦੀ ਕਵਾਇਦ 'ਚ ਮਨ ਬਣਾ ਕੇ ਬੈਠ ਗਈ ਆ। ਠੀਕ ਹੈ, ਕਿ ਆਪਾਂ 30 ਤੋਂ 40 ਤੱਕ ਜਾਣਾ ਤੇ ਜ਼ੋਰ ਮਾਰਨਾ 50 ਤੱਕ ਲਈ। ਜੇ ਇੱਥੇ ਕਿਤੇ ਗੱਲ ਬਣ ਗਈ ਅਸੀਂ ਤਿਆਰ। ਪਰ ਜਿਹੜੀ ਪੰਜਾਬ ਬੀਜੇਪੀ ਦੀ ਲੀਡਰਸ਼ਿਪ, ਚਾਹੇ ਸੁਰਜੀਤ ਕੁਮਾਰ ਜਿਆਣੀ ਹੋਵੇ ਤੇ ਚਾਹੇ ਅਸ਼ਵਨੀ ਸ਼ਰਮਾ, ਉਹ ਕਿਸ ਟੋਨ 'ਚੋਂ ਬੋਲ ਰਹੇ ਨੇ? ਕੀ ਉਹਨਾਂ ਨੂੰ ਪੁੱਛਣਾ ਵੀ ਹੈ ਕਿਸੇ ਨੇ ਜਿੱਦਣ ਗੱਠਜੋੜ ਕਰਨਾ? ਉਹਨਾਂ ਨੂੰ ਤਾਂ ਛੱਡੋ, ਕਿਸੇ ਨੇ ਜਾਖੜ ਨੂੰ, ਕੈਪਟਨ ਨੂੰ, ਬਿੱਟੂ ਤੱਕ ਨੂੰ ਨਹੀਂ ਪੁੱਛਣਾ। ਸਹੀ ਹੈ। ਫੈਸਲਾ ਤਾਂ ਜੇਪੀ ਨੱਡਾ ਜੀ ਜਦ ਤੱਕ ਪ੍ਰਧਾਨ ਰਹਿੰਦੇ ਆ, ਉਹ ਜਾਂ ਜਿਹੜਾ ਨਵਾਂ ਪ੍ਰਧਾਨ ਬਣੂਗਾ ਉਹ ਬੈਠੂਗਾ, ਤੇ ਫੈਸਲਾ ਤਾਂ 2 ਬੰਦਿਆਂ ਨੇ ਲੈਣਾ, ਅਮਿਤ ਸ਼ਾਹ ਤੇ ਮੋਦੀ ਨੇ। ਤੇ ਜਿੱਦਣ ਉਹਨਾਂ ਨੇ ਫੈਸਲਾ ਲੈ ਲਿਆ ਉਦੋਂ ਗੱਠਜੋੜ ਹੋ ਜਾਊਗਾ। ਔਰ ਇਹ ਗੱਠਜੋੜ ਮੰਨਿਆ ਜਾ ਰਿਹਾ ਕਿ ਅਪ੍ਰੈਲ ਦੇ ਵਿੱਚ, ਲਗਭਗ ਮਾਰਚ ਅਪ੍ਰੈਲ ਦੇ ਵਿੱਚ ਤੈਅ ਹੈ। ਬਸ ਉਹ ਤੋਂ ਪਹਿਲਾਂ ਟੈਸਟਿੰਗ ਹੈ ਨਵੀਆਂ ਤਰੀਕੇ ਦੀਆਂ ਜਿਹੜੀਆਂ ਕਰਕੇ ਦੇਖੀਆਂ। ਪੁਨਰ ਸਰਜੀਤ ਵਾਲੇ ਤਾਂ ਅਜੇ ਤੱਕ ਰਾਜਨੀਤਿਕ ਲੜਾਈ ਲੜਦੇ ਨਜ਼ਰ ਨਹੀਂ ਆ ਰਹੇ। ਸਹੀ ਹੈ। ਬੇਸ਼ੱਕ ਉਹ ਕਹਿੰਦੇ ਅਸੀਂ ਅੰਮ੍ਰਿਤਸਰ 'ਚ ਆਪਣਾ ਨਵਾਂ ਦਫ਼ਤਰ ਖੋਲ ਲਿਆ ਜੀ, ਸਾਰਾ ਕੁਝ ਕਰ ਲਿਆ, ਪਰ ਉਹ ਪੰਜਾਬ ਦੇ ਮੁੱਦਿਆਂ ਤੇ ਅਜੇ ਤੱਕ ਕਿਤੇ, ਤਦ ਤੱਕ ਉਹਨਾਂ ਦੇ ਪੈਰ ਲੱਗਣੇ ਵੀ ਨਹੀਂ ਗੇ ਜਦ ਤੱਕ ਉਹ ਮੁੱਦਿਆਂ ਤੇ ਨਹੀਂ ਆਉਂਦੇ, ਤਦ ਤੱਕ ਪਤਾ ਨਹੀਂ ਲੱਗਣਾ ਕਿ ਉਹਨਾਂ ਤੇ ਲੰਚ ਕਿੰਨਾ ਕੁ ਤੇਲ ਹੈ। ਸੋ ਇਸ ਲਈ ਉਧਰੋਂ ਮੋਹ ਭੰਗ ਹੋਣ ਤੋਂ ਬਾਅਦ ਕੀ ਅਸ਼ਵਨੀ ਸ਼ਰਮਾ ਹੋਰਾਂ ਤੋਂ ਬੁਲਾ ਕੇ
ਤੇ ਇੱਧਰ ਮਤਲਬ ਕਿ ਬਿੱਟੂ ਤੋਂ ਬੁਲਾ ਕੇ ਕੋਈ ਨਵਾਂ ਟੈਸਟ ਕਰਕੇ ਦੇਖਿਆ ਜਾ ਰਿਹਾ, ਤੇ ਇਸ ਲਈ ਇਹ ਪ੍ਰਕਿਰਿਆ ਚੱਲ ਪਈ। ਪਰ ਇਹ ਗੱਲ ਸਪਸ਼ਟ ਹੈ ਜੀ, ਕਿਸੇ ਨੂੰ ਨਹੀਂ ਪੁੱਛਣਾ, ਜਿੱਦਾਂ ਹੋਣਾ ਉਧਰੋਂ ਦਿੱਲੀ ਐਲਾਨ ਹੋਣਾ ਤੇ ਇਹਨਾਂ ਨੇ ਪੋਸਟਾਂ ਪਾ ਕੇ ਸਵਾਗਤ ਕਰਨਾ ਉੱਧਰ, ਬਸ ਇੰਨਾ ਕੰਮ ਹੋਣਾ, ਤੇ ਲਗਭਗ ਤੈਅ ਹੈ, ਮਾਹੌਲ ਬਣਦਾ ਜਾ ਰਿਹਾ। ਹਾਂਜੀ ਬਿਲਕੁਲ। ਤੇ ਦੂਜੀ ਗੱਲ ਇਹ ਹੈ ਵੀ ਉਦੋਂ ਤੱਕ, ਕਿਉਂਕਿ ਹਲੇ 2-3 ਮਹੀਨੇ ਦਾ ਵਕਫਾ ਹੈ, ਉਦੋਂ ਤੱਕ ਬੀਜੇਪੀ ਕੋਸ਼ਿਸ਼ ਇਹ ਕਰੇਗੀ ਸ਼ਰਮਾ ਜੀ ਪੰਜਾਬ ਦੇ ਵਿੱਚ ਕਿ ਇੱਕ ਜਿਹੜੀ ਬਾਰਗੇਨਿੰਗ ਦੇ ਟੇਬਲ ਦੇ ਉੱਤੇ ਉਹ ਆਪਣੀ ਜਿਹੜੀ ਧਿਰ ਆ ਉਹਨੂੰ ਮਜ਼ਬੂਤੀ ਦੇ ਨਾਲ ਰੱਖ ਸਕੇ, ਆਪਣੀ ਗੱਲ ਨੂੰ ਮਜ਼ਬੂਤੀ ਦੇ ਨਾਲ। ਉਹ ਚਾਹੇ ਕਿਸੇ ਵੀ ਤਰੀਕੇ ਦੀ ਟੈਸਟਿੰਗ ਹੋਵੇ, ਚਾਹੇ ਇਹ ਟੈਸਟਿੰਗ ਹੋਵੇ ਕਿ ਗਰਾਊਂਡ ਤੇ ਸੁਖਬੀਰ ਬਾਦਲ ਕਿੰਨਾ ਕੁ ਪ੍ਰਵਾਨ ਹੈ, ਪੰਜਾਬ ਦੇ ਇੱਕ ਮੁੱਦੇ ਦੀ ਗੱਲ ਛੇੜ ਦੇਣਗੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰ ਦੇਣਗੇ ਜਿਹਦੇ ਚ ਲੋਕ ਅਕਾਲੀ ਦਲ ਨੂੰ ਫਿਰ ਕਟਹਿਰੇ ਦੇ ਵਿੱਚ ਖੜਾ ਕਰਨਗੇ ਕਿ ਚਲੋ ਭਾਈ ਕਰੋ ਸੰਘਰਸ਼। ਸੋ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ, ਰੌਚਕ ਹੋਣਗੀਆਂ।